ਜੈ ਮਸੀਹ ਦੀ ਸਾਰੇ ਭੈਣ ਭਰਾਵਾਂ ਨੂੰ God bless you. Praise the Lord. God bless you abundantly. ਪਰਮੇਸ਼ਰ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ ਤੇ ਆਓ ਆਪਾਂ ਪਰਮੇਸ਼ਰ ਦੇ ਵਚਨ ਵਿੱਚ ਜਾਵਾਂਗੇ. God bless you all. May the Lord bless you mightily. Let's look into the Word of God. ਆਪਾਂ ਦੇਖਿਆ ਸੀਗਾ ਕਿ ਰੈਪਚਰ ਹੋ ਚੁੱਕੀ ਆ, ਪ੍ਰਭੂ ਯਿਸੂ ਮਸੀਹ ਦਾ ਚਰਚ ਸਵਰਗ ਵਿੱਚ ਪਹੁੰਚ ਚੁੱਕਿਆ ਹੈ. We looked at how the rapture has happened and how the bride, the people of Lord Jesus, have been lifted into heavens above. ਹੁਣ ਸਵਰਗ ਦੇ ਵਿੱਚ ਦੁਲਹਨ ਤਿਆਰ ਕੀਤੀ ਜਾ ਰਹੀ ਹੈਗੀ ਆ ਤੇ ਇੱਕ ਫੀਸਟ ਆ ਰਿਹਾ ਹੈਗਾ ਆ ਜਿਹਦੇ ਵਿੱਚ ਕਹਿ ਲਓ ਕਿ ਇੱਕ ਪਾਰਟੀ ਹੋਵੇਗੀ ਸਵਰਗ ਦੇ ਵਿੱਚ ਜਿਹਦੇ ਵਿੱਚ ਖਾਣਾ ਪੀਣਾ ਵੀ ਹੋਵੇਗਾ ਤੇ ਜਿਹਦੇ ਵਿੱਚ ਵੱਖਰੇ ਵੱਖਰੇ ਤਰੀਕੇ ਦੇ ਲੋਕ ਹੋਣਗੇ. Now we're going to look at that wedding, what shenanigans are happening for the wedding, for the people that have been lifted up in heavens above. In that wedding, who's going to attend and what they're going to eat and drink and how things are going to happen in heavens above during this wedding. ਉਸ ਵੈਡਿੰਗ ਦੇ ਵਿੱਚ ਕੀ ਖਾਵਾਂਗੇ ਕੀ ਪੀਵਾਂਗੇ ਇਹ ਸਵਾਲ ਉਠਾਇਆ ਜਾਂਦਾ ਹੈ. At the wedding, people wonder what we're going to eat and drink. ਸਭ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਜਦੋਂ ਧਰਤੀ ਤੇ ਸੀ ਉਹਨਾਂ ਨੇ ਇੱਕ ਵਾਅਦਾ ਕੀਤਾ ਸੀਗਾ ਇਸ ਧਰਤੀ ਤੇ ਉਹਦੇ ਬਾਰੇ ਆਪਾਂ ਦੇਖਾਂਗੇ. When Lord Jesus was on earth, he had promised something. Let's look at the Bible and read his promise. ਪੜਾਂਗੇ ਮਰਕਸ 14 ਦਾ 25ਵਾਂ ਵਰਸ. We're going to read Mark chapter 24, verse 25. Okay, Mark 14:25 ਜੀ. Mark 14:25. ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਅੱਗੇ ਤੋਂ ਉਸ ਦਿਨ ਤੱਕ ਅੰਗੂਰ ਦੀ ਪੈਦਾਵਾਰ ਨਹੀਂ ਪੀਵਾਂਗਾ ਜਦੋਂ ਤੱਕ ਕਿ ਪਰਮੇਸ਼ਰ ਦੇ ਰਾਜ ਵਿੱਚ ਨਵਾਂ ਨਾ ਪੀਵਾਂ. ਪ੍ਰਭੂ ਨੇ ਵਾਅਦਾ ਕੀਤਾ ਸੀਗਾ ਕਿ ਜਦ ਤੱਕ ਪਰਮੇਸ਼ਰ ਦਾ ਰਾਜ ਨਾ ਆ ਜਾਵੇ ਮੈਂ ਅੰਗੂਰਾਂ ਦਾ ਰਸ ਨਹੀਂ ਪੀਵਾਂਗਾ. Here we look at Mark 14:25 that the Lord Jesus said, I promise not to drink this grape wine until I reign on the earth again, until I come back. ਇਹਦਾ ਮਤਲਬ ਇਹ ਹੋਇਆ ਕਿ ਉਸ ਸ਼ਾਦੀ ਦੇ ਵਿੱਚ ਆਪਾਂ ਪੀ ਸਕਾਂਗੇ ਅੰਗੂਰਾਂ ਦਾ ਰਸ ਪੀਤਾ ਜਾਵੇਗਾ. That means that at this wedding happening in heavens above, we will be able to drink this wine. ਹੁਣ ਦੂਸਰੇ ਨੰਬਰ ਤੇ ਜਦੋਂ ਪ੍ਰਭੂ ਯਿਸੂ ਮੁਰਦਿਆਂ ਤੋਂ ਜੀ ਉੱਠੇ ਸੀ. Now number 2, let's look at when Jesus rose from dead. ਪ੍ਰਭੂ ਯਿਸੂ ਮਸੀਹ ਕੋਲੇ ਰੈਸੂਰੈਕਟਡ ਸਰੀਰ ਸੀਗਾ. Lord had the resurrected body. ਉਸ ਸਮੇਂ ਵੀ ਪ੍ਰਭੂ ਯਿਸੂ ਮਸੀਹ ਨੇ ਕੁਝ ਪੀਤਾ ਸੀ ਤੇ ਕੁਝ ਖਾਦਾ ਸੀਗਾ. Even during that time, the Lord Jesus had eaten something and drank something. So Luke chapter 24 verse 42 to 43 ਪੜਾਂਗੇ ਆਪਾਂ. Luke 24, chapter 24, verse 23 to 25, we're going to read. ਆਓ ਦੇਖੀਏ Luke 24 42 to 43. 42 to 43. ਉਹਨਾਂ ਨੇ ਯਿਸੂ ਨੂੰ ਇੱਕ ਭੁੱਜੀ ਹੋਈ ਮੱਛੀ ਦਾ ਟੁਕੜਾ ਦਿੱਤਾ. ਯਿਸੂ ਨੇ ਉਹ ਖਾ ਲਿਆ ਅਤੇ ਉਹਨਾਂ ਦੇ ਸਾਹਮਣੇ ਖਾਧਾ. ਫਿਰ ਯਿਸੂ ਨੇ ਚੇਲਿਆਂ ਨੂੰ ਕਿਹਾ, ਇਹ ਉਹ ਗੱਲਾਂ ਹਨ ਜਿਹੜੀਆਂ ਮੈਂ ਤੁਹਾਨੂੰ ਤੁਹਾਡੇ ਨਾਲ ਰਹਿੰਦੇ ਹੋਇਆਂ ਆਖੀਆਂ ਸਨ ਕਿ ਜੋ ਕੁਝ ਮੂਸਾ ਨਬੀਆਂ ਦੀਆਂ ਪੁਸਤਕਾਂ ਅਤੇ ਭਜਨਾਂ ਦੀਆਂ ਪੁਸਤਕਾਂ ਵਿੱਚ ਮੇਰੇ ਬਾਰੇ ਲਿਖਿਆ ਹੈ ਉਹ ਸਭ ਜ਼ਰੂਰ ਪੂਰਾ ਹੋਵੇਗਾ. ਇੱਥੇ ਪ੍ਰਭੂ ਯਿਸੂ ਮੁਰਦਿਆਂ ਤੋਂ ਜੀ ਉੱਠੇ ਸੀ. Here we see that Lord Jesus Christ had risen from dead. ਉਹਨਾਂ ਕੋਲੇ ਰੈਸੂਰੈਕਟਡ ਬਾਡੀ ਸੀਗੀ. He had the resurrected body. ਉਸ ਰੈਸੂਰੈਕਟਡ ਬਾਡੀ ਦੇ ਵਿੱਚ ਵੀ ਪ੍ਰਭੂ ਯਿਸੂ ਨੇ ਮੱਛੀ ਖਾਧੀ ਤੇ ਪਰਮੇਸ਼ਰ ਨੇ ਖਾਣਾ ਖਾਧਾ. Even in that resurrected body, the heavenly body, he ate fish and drank. ਇੱਥੋਂ ਪਤਾ ਲੱਗਦਾ ਆ ਕਿ ਜਿਨ੍ਹਾਂ ਕੋਲੇ ਰੈਸੂਰੈਕਟਡ ਬਾਡੀ ਹੋਏਗੀ ਸਵਰਗ ਦੇ ਵਿੱਚ ਉਹ ਵੀ ਖਾ ਸਕਣਗੇ ਤੇ ਪੀ ਸਕਣਗੇ. Here we find out that people who will have a resurrected body will be able to eat and drink. ਹੁਣ ਸਵਰਗ ਦੇ ਵਿੱਚ ਪ੍ਰਭੂ ਯਿਸੂ ਮਸੀਹ ਕੋਲੇ ਗਲੋਰੀਫਾਈਡ ਬਾਡੀ ਹੈ. Now in heavens above, Lord Jesus has a glorified body. ਆਪਾਂ ਜਿਹੜੇ ਹੈਗੇ ਆ ਆਪਣਿਆਂ ਕੋਲੇ ਵੀ ਉਸ ਸਮੇਂ ਚਰਚ ਕੋਲੇ ਗਲੋਰੀਫਾਈਡ ਬਾਡੀ ਹੋਵੇਗੀ. The bride of Jesus Christ, us, the church, will also have a glorified body in heavens above. ਓਲਡ ਟੈਸਟਾਮੈਂਟ ਦੇ ਸੇਂਟਸ ਤੇ ਨਿਊ ਟੈਸਟਾਮੈਂਟ ਦੇ ਸੇਂਟਸ ਜਿਹੜੇ ਉਹਨਾਂ ਕੋਲੇ ਰੈਸੂਰੈਕਟਡ ਬਾਡੀ ਹੋਵੇਗੀ. Even the saints from the Old Testament and the New Testament will have a glorified body. ਸੋ ਜਾਣੀ ਕਿ ਉਹ ਵੀ ਖਾ ਸਕਿਆ ਕਰਨਗੇ ਤੇ ਪੀ ਸਕਿਆ ਕਰਨਗੇ. So that means those saints will also be able to eat and drink.
ਆਓ ਦੇਖੀਏ ਪ੍ਰਭੂ ਦੇ ਵਚਨ ਦੇ ਵਿੱਚ ਜੌਨ ਚੈਪਟਰ 21 ਵਰਸ 9 to 14 ਪੜਾਂਗੇ। Let's look at John 21, verse 9 to 14. ਜਿਹਦੇ ਵਿੱਚ ਆਪਾਂ ਨੂੰ ਹੋਰ ਪਤਾ ਲੱਗੇਗਾ ਕਿ ਜਦੋਂ ਪ੍ਰਭੂ ਯਿਸੂ ਮੁਰਦਿਆਂ ਤੋਂ ਜੀ ਉੱਠੇ ਸੀਗੇ, ਉਹਨਾਂ ਨੇ ਖਾਧਾ ਸੀਗਾ ਤੇ ਪੀਤਾ ਵੀ ਸੀਗਾ ਆਪਣੇ ਚੇਲਿਆਂ ਦੇ ਸਾਹਮਣੇ। We're going to look a little bit deeper into chapter John and understand and see how Jesus had eaten and drank with his saints in his resurrected body. ਜੀ ਹਾਂ। ਜਦੋਂ ਉਹ ਕੰਢੇ ਉੱਤੇ ਪਹੁੰਚੇ ਤਾਂ ਉਹਨਾਂ ਨੇ ਕੋਲਿਆਂ ਦੀ ਅੱਗ ਉੱਤੇ ਮੱਛੀ ਰੱਖੀ ਹੋਈ ਅਤੇ ਰੋਟੀ ਦੇਖੀ। ਯਿਸੂ ਨੇ ਉਹਨਾਂ ਨੂੰ ਆਖਿਆ, ਜਿਹੜੀਆਂ ਮੱਛੀਆਂ ਤੁਸੀਂ ਹੁਣੇ ਫੜੀਆਂ ਹਨ ਉਹਨਾਂ ਵਿੱਚੋਂ ਕੁਝ ਲਿਆਓ। ਸਮੂਹ ਨੇ ਬੇੜੀ ਵਿੱਚ ਚੜ੍ਹ ਕੇ ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਜਾਲ, ਜਿਨ੍ਹਾਂ ਦੀ ਗਿਣਤੀ 153 ਸੀ, ਕੰਢੇ ਉੱਤੇ ਖਿੱਚ ਕੇ ਲਿਆਂਦਾ। ਇੰਨੀਆਂ ਮੱਛੀਆਂ ਹੋਣ ਤੇ ਉੱਤੇ ਜਾਲ ਨਾ ਫਟਿਆ। ਯਿਸੂ ਨੇ ਚੇਲਿਆਂ ਨੂੰ ਕਿਹਾ, ਆਓ ਭੋਜਨ ਕਰੋ। ਚੇਲਿਆਂ ਵਿੱਚੋਂ ਕਿਸੇ ਨੂੰ ਇਹ ਹੌਸਲਾ ਨਾ ਪਿਆ ਕਿ ਯਿਸੂ ਤੋਂ ਪੁੱਛਣ ਕਿ ਤੁਸੀਂ ਕੌਣ ਹੋ, ਕਿਉਂਕਿ ਉਹ ਜਾਣਦੇ ਸਨ ਕਿ ਉਹ ਪ੍ਰਭੂ ਹਨ। ਇਸ ਲਈ ਯਿਸੂ ਅੱਗੇ ਵਧੇ ਅਤੇ ਰੋਟੀ ਲੈ ਕੇ ਉਹਨਾਂ ਨੂੰ ਦਿੱਤੀ, ਇਸੇ ਤਰ੍ਹਾਂ ਮੱਛੀ ਵੀ। ਸੋ ਪ੍ਰਭੂ ਯਿਸੂ ਮਸੀਹ ਨੇ ਰੋਟੀ ਵੀ ਖਾਧੀ ਉੱਥੇ ਉਹਨਾਂ ਨਾਲ, ਮੱਛੀ ਵੀ ਖਾਧੀ ਉਹਨਾਂ ਦੇ ਨਾਲ, ਤੇ ਪਹਿਲਾਂ ਉਹਨਾਂ ਨੇ ਅੰਗੂਰਾਂ ਦਾ ਰਸ ਵੀ ਪੀਤਾ। So here we see that Lord Jesus ate the fish and he had the bread. He also drank the wine, the grape juice. ਜਾਣੀ ਕਿ ਜਿਹੜੀ resurrected body ਆ ਉਹ ਰੋਟੀ ਵੀ ਖਾ ਸਕਦੀ ਆ, ਉਹ ਅੰਗੂਰਾਂ ਦਾ ਰਸ ਵੀ ਪੀ ਸਕਦੀ ਆ, ਉਹ ਇੱਥੇ ਤੱਕ ਕਿ ਮੱਛੀ ਵੀ ਖਾ ਸਕਦੀ ਆ। Now we see that the resurrected body is able to eat bread, eat fish, even drink wine. ਹੁਣ ਰੈਵਲੇਸ਼ਨ ਦੀ ਕਿਤਾਬ ਦੇ ਵਿੱਚ ਆਪਾਂ ਤੀਸਰੇ ਨੰਬਰ ਤੇ ਦੇਖਾਂਗੇ ਕਿ ਰੈਵਲੇਸ਼ਨ ਦੀ ਕਿਤਾਬ ਦੇ ਵਿੱਚ 22 ਚੈਪਟਰ ਦੇ ਵਿੱਚ ਕਿ ਉਸ ਸਮੇਂ ਜਿਹੜਾ ਜ਼ਿੰਦਗੀ ਦਾ ਦਰਖਤ ਆ ਉਹ ਵੀ ਫਲ ਦਿਆ ਕਰੇਗਾ, ਜਿਹੜੇ ਖਾਣ ਵਾਸਤੇ ਮਿਲੇਗਾ। So now we're going to look at point 3, that Revelation chapter 22, that the fruit of life will also give fruit that we are able to eat. ਜੀ ਆਓ ਦੇਖੀਏ Revelation chapter 22 verse 2. Revelation chapter 22, verse 2. ਸ਼ਹਿਰ ਦੇ ਚੌਂਕ ਅਤੇ ਦਰਿਆ ਦੇ ਇਸ ਪਾਰ ਅਤੇ ਉਸ ਪਾਰ ਜੀਵਨ ਦਾ ਰੁੱਖ ਸੀ, ਜਿਸ ਨੂੰ 12 ਤਰ੍ਹਾਂ ਦੇ ਫਲ ਲੱਗਦੇ ਸਨ, ਅਰਥਾਤ ਉਹ ਹਰ ਮਹੀਨੇ ਫਲਦਾ ਸੀ। ਉਸ ਰੁੱਖ ਦੇ ਪੱਤਿਆਂ ਨਾਲ ਕੌਮਾਂ ਨੂੰ ਤੰਦਰੁਸਤੀ ਮਿਲਦੀ ਸੀ। ਇੱਥੇ ਉਸ ਰੁੱਖ ਦੇ ਪੱਤੇ ਵੀ ਇਸਤੇਮਾਲ ਕੀਤੇ ਜਾਣਗੇ ਹੀਲਿੰਗ ਦੇ ਵਾਸਤੇ। ਇਸ ਸਮੇਂ ਉਹਦਾ ਫਲ ਜਿਹੜਾ ਆ ਉਹ ਵੀ ਖਾਇਆ ਜਾਵੇਗਾ। So here we see that we're going to have that tree which the leaves are going to be used as medicine to heal the body, and we're also going to be able to eat the fruit of that tree. ਜਿਹੜਾ tree of life ਆ ਉਹ ਹਰ ਮਹੀਨੇ ਫਲ ਦੇਵੇਗਾ ਤੇ ਉਹ ਖਾਣ ਵਾਸਤੇ ਹੋਣਗੇ। Now we see that the tree of life will produce fruit every month, and we're going to have that fresh fruit. ਸੋ ਆ ਨਾ ਸੋਚੋ ਕਿ ਸਵਰਗ ਦੇ ਵਿੱਚ ਖਾਣਾ ਨਹੀਂ ਹੋਵੇਗਾ, ਪੀਣਾ ਨਹੀਂ ਹੋਵੇਗਾ। ਨਹੀਂ, ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਸਵਰਗ ਦੇ ਵਿੱਚ ਖਾਵਾਂਗੇ ਵੀ ਤੇ ਪੀਵਾਂਗੇ ਵੀ। So don't think that we're not going to be able to eat or drink when we're in heavens above in the kingdom of God. We're actually going to be able to do both, eat and drink. ਕਦੇ ਇਸ ਤਰ੍ਹਾਂ ਹੋਇਆ ਹੈ ਕਿ ਕੋਈ ਸ਼ਾਦੀ ਹੋਵੇ, ਕੋਈ ਨਿਕਾਹ ਹੋਵੇ, ਕੋਈ ਪਾਰਟੀ ਹੋ ਰਹੀ ਹੋਵੇ ਤੇ ਉੱਥੇ ਖਾਣ ਨੂੰ ਪੀਣ ਨੂੰ ਨਾ ਹੋਵੇ? Have you ever noticed, regardless of the religion, any wedding that we go to, all those shenanigans and all those parties happening, that you are not given anything to eat or drink? ਚੌਥੇ ਨੰਬਰ ਤੇ ਆਪਾਂ ਦੇਖਾਂਗੇ ਰੈਵਲੇਸ਼ਨ ਚੈਪਟਰ 7 ਦੇ ਵਿੱਚ ਕਿ ਇਹ ਜ਼ਰੂਰੀ ਨਹੀਂ ਹੋਵੇਗਾ ਕਿ ਖਾਣਾ ਪੀਣਾ ਉੱਥੇ ਜ਼ਰੂਰੀ ਨਹੀਂ ਹੋਵੇਗਾ, ਬਲਕਿ ਖਾਵਾਂਗੇ ਪੀਵਾਂਗੇ ਸਿਰਫ ਇੰਜੋਏ ਕਰਨ ਵਾਸਤੇ। So we're going to look at Revelation chapter 7 as a point 4. We're going to see that just eating and drinking isn't the main part of the wedding. This is just part of the wedding. This is going to be something that we're going to enjoy fellowship. So ਖਾਣਾ ਪੀਣਾ ਜਿਉਂਦੇ ਰਹਿਣ ਵਾਸਤੇ ਨਹੀਂ ਹੋਵੇਗਾ ਉੱਥੇ, ਵੀ ਖਾਣੇ ਪੀਣੇ ਤੋਂ ਬਾਅਦ ਅਸੀਂ ਮਰ ਜਾਾਂਗੇ ਜੇ ਖਾਣਾ ਪੀਣਾ ਨਾ ਹੋਇਆ। ਨਹੀਂ, this food and drink is not going to keep us alive. It's not so that we're going to die if we don't eat or drink. This is not to keep us alive. ਪਰਮੇਸ਼ਰ ਦਾ ਵਚਨ ਤੇ ਪਰਮੇਸ਼ਰ ਦੀ ਹਜ਼ੂਰੀ ਸਾਨੂੰ ਜ਼ਿੰਦਾ ਰੱਖੇਗੀ ਹਮੇਸ਼ਾ ਹਮੇਸ਼ਾ ਦੇ ਵਾਸਤੇ। God himself and his presence will keep us alive forever and ever.
ਮੌਤ ਕਦੇ ਵੀ ਨਹੀਂ ਦੇਖਾਂਗੇ, ਮੌਤ ਬੰਨੀ ਜਾਵੇਗੀ, ਡਿਸਟਰੋਏ ਕਰ ਦਿੱਤੀ ਜਾਵੇਗੀ। We will not fear or face death. Death will be bound and thrown forever. ਜਿਸ ਤਰ੍ਹਾਂ ਹਵਾ ਆ ਉਹ ਹਮੇਸ਼ਾ ਵਾਸਤੇ ਆ, ਚਾਨਣ ਆ ਉਹ ਹਮੇਸ਼ਾ ਵਾਸਤੇ ਆ, ਉਸ ਤਰ੍ਹਾਂ ਆਪਾਂ ਵੀ ਹਮੇਸ਼ਾ ਵਾਸਤੇ ਹੋਵਾਂਗੇ। Just like the wind is forever, just like the sunshine is forever, we're going to be forever. ਆਓ ਦੇਖੀਏ Revelation see. 7:16। Let's look at Revelation 7:16. ਜੀ ਹਾਂ, ਹੁਣ ਅੱਗੇ ਤੋਂ ਕਦੇ ਵੀ ਉਹ ਭੁੱਖੇ ਅਤੇ ਤਿਹਾਏ ਨਾ ਹੋਣਗੇ ਅਤੇ ਨਾ ਹੀ ਉਹਨਾਂ ਨੂੰ ਸੂਰਜ ਦੀ ਤੇਜ਼ ਤਪਸ਼ ਸਤਾਵੇਗੀ। ਜਾਣੀ ਕਿ ਉੱਥੇ ਭੁੱਖ ਵੀ ਨਹੀਂ ਲੱਗੇਗੀ ਤੇ ਨਾਲੇ ਪਿਆਸ ਵੀ ਨਹੀਂ ਲੱਗੇਗੀ। Now here we see that we will not be hungry and we won't be thirsty. ਨਾ ਹੀ ਉੱਥੇ ਆਪਾਂ ਨੂੰ ਗਰਮੀ ਲੱਗੇਗੀ। Even we won't have the burn from the sun. ਜਾਣੀ ਕਿ ਥੱਕਾਂਗੇ ਨਹੀਂ। We will not get weary or tired. ਇਹਦਾ ਮਤਲਬ ਇਹ ਹੋਇਆ ਕਿ ਸਵਰਗ ਦੇ ਵਿੱਚ ਪਰਮੇਸ਼ਵਰ ਦੀ ਹਜ਼ੂਰੀ ਸਾਨੂੰ ਸੈਟੀਸਫਾਈ ਕਰੇਗੀ। It clearly means that the presence of the Lord will keep us content and satisfied in everything that we ever need. ਆਓ ਦੇਖੀਏ ਮੈਥਿਊ ਚੈਪਟਰ 8 ਵਰਸ 11 ਦੇ ਵਿੱਚ, Let's look at Matthew chapter 8 verse 11. ਜਿਹਦੇ ਵਿੱਚ ਆਪਾਂ ਨੂੰ ਪੰਜਵੀਂ ਚੀਜ਼ ਖਾਣ ਪੀਣ ਦੇ ਬਾਰੇ ਪਤਾ ਲੱਗੇਗੀ। Here we are going to look at the fifth point about eating and drinking. ਆਓ ਪੜਾਂਗੇ Let's read. ਮੈਥਿਊ 8:11। ਜੀ ਹਾਂ, ਇਸ ਲਈ ਯਾਦ ਰੱਖੋ ਬਹੁਤ ਸਾਰੇ ਲੋਕੀ ਚੜ੍ਹਦੇ ਅਤੇ ਲਹਿੰਦੇ ਤੋਂ ਆ ਕੇ ਅਬਰਾਹਮ, ਇਸਹਾਕ ਅਤੇ ਯਾਕੂਬ ਦੇ ਨਾਲ ਬੈਠ ਕੇ ਪਰਮੇਸ਼ਰ ਦੇ ਰਾਜ ਵਿੱਚ ਭੋਜਨ ਕਰਨਗੇ। ਵਾਓ, ਇੱਥੇ ਆਪਾਂ ਨੂੰ ਕਲੀਅਰ ਪਤਾ ਲੱਗਦਾ ਹੈ ਕਿ ਪੁਰਾਣੇ ਨੇਮ ਦੇ ਸੇਂਟਸ ਜਿਹੜੇ ਨੇ, ਨਵੇਂ ਨੇਮ ਦੇ ਟ੍ਰਿਬੂਲੇਸ਼ਨ ਟਾਈਮ ਦੇ ਸੇਂਟ ਜਿਹੜੇ ਨੇ ਉਹ ਆਣਗੇ ਤੇ ਆ ਕੇ ਇਸ ਵੈਡਿੰਗ ਦੇ ਵਿੱਚ ਬੈਠ ਕੇ ਭੋਜਨ ਕਰਨਗੇ। This chapter clearly explains that the saints of the Old Testament are going to come and have the food and the wine. ਲੂਕ ਚੈਪਟਰ 14 ਵਰਸ 15 ਦੇ ਵਿੱਚ ਆਪਾਂ ਦੇਖਾਂਗੇ ਇਸ ਦੇ ਬਾਰੇ ਹੋਰ ਬਿਆਨ ਕੀਤਾ ਗਿਆ ਹੈਗਾ ਇੱਥੇ। Luke chapter 14 verse 15, we're going to look a little bit deeper about this. ਜੀ ਹਾਂ, ਇਹ ਸੁਣ ਕੇ ਪ੍ਰਾਹੁਣਿਆਂ ਵਿੱਚੋਂ ਇੱਕ ਨੇ ਕਿਹਾ, ਧੰਨ ਹੈ ਉਹ ਆਦਮੀ ਜੋ ਪਰਮੇਸ਼ਰ ਦੇ ਰਾਜ ਵਿੱਚ ਭੋਜਨ ਕਰੇਗਾ। ਵਾਓ, ਜਾਣੀ ਕਿ ਆਦਮੀ ਵੀ ਭੋਜਨ ਕਰਨਗੇ ਪਰਮੇਸ਼ਵਰ ਦੇ ਰਾਜ ਦੇ ਵਿੱਚ। Here we see that men will have feast with the Lord. ਹੁਣ ਯਾਦ ਰੱਖਣ ਵਾਲੀ ਗੱਲ ਹੈਗੀ ਹੈ ਇੱਥੇ, Remember one thing here. ਪਹਿਲੇ ਨੰਬਰ ਤੇ ਪ੍ਰਭੂ ਯਿਸੂ ਮਸੀਹ ਹੋਣਗੇ ਗਲੋਰੀਫਾਈਡ ਬੋਡੀ ਵਿੱਚ। Number one is Jesus will have a glorified body. ਦੂਸਰੇ ਨੰਬਰ ਤੇ ਚਰਚ ਹੋਵੇਗਾ, ਉਹ ਵੀ ਗਲੋਰੀਫਾਈਡ ਬੋਡੀ 'ਚ ਹੋਏਗਾ। Number two will be the church, which is also going to have the glorified body. ਪੁਰਾਣੇ ਨੇਮ ਦੇ ਸੇਂਟਸ ਹੋਣਗੇ ਰੈਸੂਰੈਕਟਡ ਬੋਡੀ ਦੇ ਵਿੱਚ। The old saints from the Old Testament will be there in the resurrected body. ਟ੍ਰਿਬੂਲੇਸ਼ਨ ਸੇਂਟਸ ਵੀ ਉੱਥੇ ਹੋਣਗੇ, ਉਹ ਵੀ ਰੈਸੂਰੈਕਟਡ ਬੋਡੀ 'ਚ ਹੋਣਗੇ। Saints from the tribulation times, the tribulation from the Bible, will be there as well in the resurrected body. 144,000 Jewish preachers ਹੋਣਗੇ, ਉਹ ਵੀ ਰੈਸੂਰੈਕਟਡ ਬੋਡੀ 'ਚ ਹੋਣਗੇ। 144,000 Jews will be there, which will also have the resurrected body. ਜਿਹੜਾ ਇਹ ਜਸ਼ਨ ਹੋਵੇਗਾ, ਜਿਹੜਾ ਇਹ ਫੀਸਟ ਹੋਵੇਗਾ, ਇਹ ਦੁਲਹਨ ਦੇ ਘਰੇ ਹੋਵੇਗਾ। This shenanigan, the feast happening for the wedding, will be at the bride's place. ਦੁਲਹਨ ਦਾ ਘਰ ਕਿਹੜਾ ਆ? ਇਹ ਧਰਤੀ। So what place is the bride's home? This earth. ਜਾਣੀ ਕਿ ਵਿਆਹ ਤੋਂ ਬਾਅਦ ਸਵਰਗ 7 ਸਾਲਾਂ ਦੇ ਵਿੱਚ, ਵਿਆਹ ਤੋਂ ਬਾਅਦ ਆਪਾਂ ਧਰਤੀ ਤੇ ਥੱਲੇ ਆਵਾਂਗੇ ਪ੍ਰਭੂ ਯਿਸੂ ਮਸੀਹ ਦੇ ਨਾਲ। So after the wedding, after 7 years after the wedding, we're going to come to this earth with Lord Jesus. ਸੋ ਇਹ ਫੀਸਟ ਜਿਹੜਾ ਹੈਗਾ ਆ, ਇਹ ਧਰਤੀ ਤੇ ਹੋਵੇਗਾ, ਜਿੱਥੇ ਦੂਸਰੀਆਂ ਕੌਮਾਂ ਵੀ ਇਨਵਾਈਟਡ ਹੋਣਗੀਆਂ। So this feast will take place on earth, and this invitation will be for all nations. ਜਦੋਂ ਪ੍ਰਭੂ ਯਿਸੂ ਸੈਕੰਡ ਕਮਿੰਗ 'ਚ ਧਰਤੀ ਤੇ ਆਣਗੇ ਤੇ ਆਪਾਂ ਵੀ ਨਾਲ ਆਵਾਂਗੇ। When Lord Jesus comes to earth for his second coming, we're going to come with him. ਉਸ ਸਮੇਂ ਬਹੁਤ ਸਾਰੇ ਨੇਸ਼ਨਸ ਡਿਸਟਰੋਏ ਕਰ ਦਿੱਤੇ ਜਾਣਗੇ। At that time, many nations will be destroyed.
ਉਹ ਨੇਸ਼ਨਸ ਜਿਨ੍ਹਾਂ ਨੇ ਹਮੇਸ਼ਾ ਇਜ਼ਰਾਈਲ ਦਾ ਸਾਥ ਨਹੀਂ ਦਿੱਤਾ, those nations that have not supported Israel throughout, ਉਹ ਨੇਸ਼ਨਸ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਦੀ ਗੋਸਪਲ ਨੂੰ ਦਰਵਾਜ਼ੇ ਨਹੀਂ ਖੋਲੇ, especially those nations that did not open the doors to God's gospel. ਜਿਹੜੇ ਬਲੈਸਡ ਨੇਸ਼ਨ ਜਿਉਂਦੇ ਰਹਿਣਗੇ ਸੈਕੰਡ ਕਮਿੰਗ ਦੇ ਵਿੱਚ, ਉਹ ਵੀ ਆ ਕੇ ਇਸ ਫੀਸਟ ਵਿੱਚ ਬੈਠ ਕੇ ਭੋਜਨ ਕਰਨਗੇ। Only saved nations will be the blessed nations that are going to be welcomed into this feast of the bride. 6ਵੇਂ ਨੰਬਰ ਤੇ ਆਪਾਂ ਦੇਖਾਂਗੇ ਰੈਵਲੇਸ਼ਨ ਚੈਪਟਰ 19 ਵਰਸ 9 ਦੇ ਵਿੱਚ, So point 6 we're going to look at again at Revelation 19:9. ਕਿ ਉੱਥੇ ਇੱਕ ਬਲੈਸਿੰਗਸ ਪ੍ਰੋਕਲੇਮ ਕੀਤੀ ਗਈ ਹੈਗੀ ਆ ਵੀ ਧੰਨ ਨੇ ਉਹ ਜਿਹੜੇ ਐਸ ਸ਼ਾਦੀ ਦੀ ਇਨਵੀਟੇਸ਼ਨ ਦੇ ਵਿੱਚ ਮੌਜੂਦ ਹੋਣਗੇ। So this verse clearly tells us that blessed are those who are invited to this wedding. ਆਓ ਪੜਾਂਗੇ Let's read ਰੈਵਲੇਸ਼ਨ 19:9। Revelation ਜੀ ਹਾਂ। 19:9. ਧੰਨ ਤਦ ਸਵਰਗਦੂਤ ਨੇ ਮੈਨੂੰ ਕਿਹਾ, ਇਹ ਲਿਖ, ਧੰਨ ਉਹ ਲੋਕ ਹਨ ਜਿਨ੍ਹਾਂ ਨੂੰ ਮੇਮਣੇ ਦੇ ਵਿਆਹ ਦਾ ਭੋਜ ਦਾ ਸੱਦਾ ਮਿਲਿਆ ਹੈ। ਉਸ ਨੇ ਮੈਨੂੰ ਇਹ ਵੀ ਕਿਹਾ, ਇਹ ਪਰਮੇਸ਼ਰ ਦਾ ਸੱਚਾ ਵਚਨ ਹੈ। ਹਾਂ, ਧੰਨ ਨੇ ਉਹ ਲੋਕ ਜਿਨ੍ਹਾਂ ਨੂੰ ਸੱਦਾ ਪੱਤਰ ਮਿਲਿਆ ਆ ਮੇਮਨੇ ਦੇ ਵਿਆਹ ਦਾ। Blessed are those who are invited to the wedding supper of the Lamb. ਹੁਣ ਸ਼ਾਇਦ ਤੁਸੀਂ ਸੋਚੋ ਕਿ ਪਾਸੀ ਜੀ ਸਾਨੂੰ ਵੀ ਇਨਵੀਟੇਸ਼ਨ ਮਿਲੇਗੀ ਉਸ ਵਿਆਹ ਦੇ ਵਿੱਚ। I'm sure you're also wondering, are we going to be invited at this wedding? ਨਹੀਂ, ਸਾਨੂੰ ਇਨਵੀਟੇਸ਼ਨ ਨਹੀਂ ਮਿਲੇਗੀ। No, we're not going to be invited. ਕਿਉਂ? Why? ਕਿਉਂਕਿ ਅਸੀਂ ਖੁਦ ਦੁਲਹਨ ਆ Because we are the bride. ਤੇ ਦੁਲਹਾ ਦੁਲਹਨ ਨੂੰ ਤਾਂ ਇਨਵੀਟੇਸ਼ਨ ਮਿਲਦੀ ਨਹੀਂ, ਬਲਕਿ ਉਹ ਭੇਜਦੇ ਨੇ ਇਨਵੀਟੇਸ਼ਨ ਦੂਜਿਆਂ ਨੂੰ ਤਾਂ ਕਿ ਦੂਜੇ ਆ ਸਕਣ। So the bride and groom don't get invited to the wedding. It is their wedding, so they invite others to join into their wedding. ਸਿਰਫ ਦੁਲਹਾ ਤੇ ਦੁਲਹਨ ਇਹਨਾਂ ਕੋਲੇ ਗਲੋਰੀਫਾਈਡ ਬੋਡੀ ਹੋਵੇਗੀ। Only the bride and the groom will have the glorified body. ਓਲਡ ਟੈਸਟਾਮੈਂਟ ਦੇ ਸੇਂਟਸ, ਨਿਊ ਟੈਸਟਾਮੈਂਟ ਦੇ ਟ੍ਰਿਬੂਲੇਸ਼ਨ ਦੇ ਸੇਂਟਸ ਕੋਲੇ ਰੈਸੂਰੈਕਟਡ ਬੋਡੀ ਹੋਵੇਗੀ। So we looked at the Old Testament and the New Testament saints, including the tribulation times of saints. They will have a resurrected body. ਇਹਨਾਂ ਕੌਮਾਂ ਦੇ ਵਿੱਚੋਂ ਜਿਹੜੇ 12 ਟ੍ਰਾਈਬਸ ਇਜ਼ਰਾਈਲ ਦੇ ਬਚ ਕੇ ਜਿਉਂਦੇ ਨਿਕਲਣਗੇ, ਉਹਨਾਂ ਕੋਲੇ ਵੀ ਪ੍ਰਭੂ ਦੀ ਹਜ਼ੂਰੀ ਦੇ ਨਾਲ ਟੱਚ ਕੀਤੀ ਹੋਈ ਗਲੋਰੀਅਸ ਬੋਡੀ ਹੋਵੇਗੀ। We also see that the 12 tribes, the people that are saved from there, will also have the glorified body. ਇਹ ਗਲੋਰੀਫਾਈਡ ਬੋਡੀ ਨਹੀਂ ਹੋਏਗੀ, ਇਹ ਗਲੋਰੀ ਦੇ ਨਾਲ ਟੱਚ ਕੀਤੀ ਹੋਈ, ਲਾਈਕ ਸਰੀਰ ਹੋਏਗਾ, ਫਿਜ਼ੀਕਲ ਸਰੀਰ, ਹਿਊਮਨ ਸਰੀਰ ਹੋਏਗਾ, ਲੇਕਿਨ ਜਿਹਦੇ ਵਿੱਚ ਪਰਮੇਸ਼ਰ ਦੀ ਹਜ਼ੂਰੀ ਨੇ ਆਪਣਾ ਕੰਮ ਕਰ ਦਿੱਤਾ ਹੋਵੇ। So it's not going to be an exactly glorified body. It'll be a body that is touched by the Lord's glory. So it'll be touched, glowing with Lord's body. It's going to be a physical body though. So 1000 ਸਾਲ ਜਦੋਂ ਆਪਾਂ ਰਾਜ ਕਰਾਂਗੇ ਇਸ ਧਰਤੀ ਤੇ, After we have ruled thousands years on this earth, ਉਸ 1000 ਸਾਲ ਦੇ ਵਿੱਚ ਨਾਲੇ ਆਪਾਂ ਰਾਜ ਕਰਾਂਗੇ ਤੇ ਨਾਲੇ ਜਿਹੜਾ ਇਹ ਪਰਮੇਸ਼ਰ ਦਾ ਫੀਸਟ ਜਿਹੜਾ ਹੈਗਾ ਆ ਇਹ ਇੰਜੋਏ ਕਰਾਂਗੇ। so during that 1000 years, we're going to have this feast and we're going to enjoy this wedding. ਜਾਨੀ ਕਿ ਖਾਣਾ ਪੀਣਾ ਅਸੈਂਸ਼ੀਅਲ ਨਹੀਂ ਹੋਵੇਗਾ ਜ਼ਿੰਦਾ ਰਹਿਣ ਦੇ ਵਾਸਤੇ। So eating and drinking will not be a mandatory essential to live. ਇਹ ਖਾਣਾ ਪੀਣਾ ਸਿਰਫ ਇੱਕ ਫੈਲੋਸ਼ਿਪ ਦੇ ਵਾਸਤੇ ਜ਼ਰੂਰੀ ਹੋਵੇਗਾ ਉਸ ਫੀਸਟ ਦੇ ਵਿੱਚ। So we look at that during that invitation, the wedding, and eating and drinking is not going to be essential to keep your bodies alive because you're going to have a glorified body, but it's only going to be for a fellowship purpose only. ਸੋ ਖਾਣ ਪੀਣ ਦੇ ਨਾਲ ਆਪਾਂ ਕਹਿ ਲਓ ਕਿ ਇੰਜੋਏ ਕਰਾਂਗੇ ਇੱਕ ਦੂਜੇ ਦੀ ਫੈਲੋਸ਼ਿਪ ਨੂੰ। So through that eating and drinking, we're going to enjoy each other's fellowship. ਨਾਲੇ ਆਪਾਂ ਸੈਲੀਬ੍ਰੇਟ ਕਰ ਰਹੇ ਹੋਵਾਂਗੇ ਇਸ ਬਹੁਤ ਜ਼ਬਰਦਸਤ ਸਮੇਂ ਨੂੰ। And we're going to celebrate the awesome presence and time at that day. ਇੱਕ ਤਰ੍ਹਾਂ ਕਹਿ ਸਕਦੇ ਹਾਂ ਕਿ ਇਹ ਖਾਣਾ ਤੇ ਇਹ ਪੀਣਾ, ਖਾਣ ਪੀਣ ਦੇ ਨਾਲ ਆਪਾਂ ਪਰਮੇਸ਼ਰ ਨੂੰ ਮਹਿਮਾ ਕਰ ਰਹੇ ਹੋਵਾਂਗੇ। We could say that we will glorify the Lord through this eating and drinking as well. ਪੜਾਂਗੇ ਪਰਮੇਸ਼ਰ ਦਾ ਵਚਨ 1 ਕੋਰਿੰਥੀਅਨ ਚੈਪਟਰ 10 ਦੇ ਵਿੱਚ। Let's read it, 1 Corinthians chapter 10.
ਜਿੱਥੇ ਪਰਮੇਸ਼ਰ ਦੇ ਲੋਕਾਂ ਦੇ ਨਾਲ ਖਾਣ ਪੀਣ ਦੇ ਨਾਲ ਤੁਸੀਂ ਪਰਮੇਸ਼ਰ ਨੂੰ ਮਹਿਮਾ ਦੇ ਸਕਦੇ ਹੋ। Where we will see that while you're eating and drinking, how you can glorify Lord. ਤਾਂ ਹੀ ਆਪਣੀ ਚਰਚ ਦੇ ਵਿੱਚ ਵੀ ਕਾਫੀ ਦਫਾ ਆਪਾਂ ਆਪਣੀ ਮੀਟਿੰਗ ਤੋਂ ਬਾਅਦ ਖਾਣ ਪੀਣ ਦਾ ਬੰਦੋਬਸਤ ਕਰਦੇ ਹੁੰਦੇ ਹਾਂ ਤਾਂ ਕਿ ਇਕੱਠੇ ਬੈਠ ਕੇ ਖਾ ਸਕੀਏ, ਇਕੱਠੇ ਬੈਠ ਕੇ ਪੀ ਸਕੀਏ। And this is how in our churches we have eating and drinking time after services to fellowship with each other and to glorify God. ਕਈ ਜਿਹੜੇ ਲੋਕ ਰੂਹਾਨੀ ਤੌਰ ਤੇ ਕਾਫੀ ਸਟਰੋਂਗ ਹੁੰਦੇ ਨੇ, ਪਹਿਲਾਂ ਆਪਾਂ ਸੋਚਦੇ ਹੁੰਦੇ ਸੀ ਪਹਿਲਾਂ ਕਿ ਨਹੀਂ ਇਹ ਖਾਣ ਪੀਣ ਦਾ ਛੱਡੋ, ਸਿਰਫ ਪ੍ਰੇਅਰ ਤੇ ਫਾਸਟਿੰਗ ਤੇ ਪ੍ਰਭੂ ਦੇ ਪ੍ਰਚਾਰ ਤੇ ਹੀ ਫੋਕਸ ਕਰੋ। Some people who were spiritually so strong would think, oh, forget about eating and drinking. You should only focus on praying. ਲੇਕਿਨ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਖਾਣ ਪੀਣ ਦੇ ਨਾਲ ਵੀ ਸੰਗਤੀ ਕਰਕੇ ਇੱਕ ਦੂਜਿਆਂ ਦੇ ਨਾਲ ਪਰਮੇਸ਼ਰ ਦੇ ਲੋਕਾਂ ਦੇ ਨਾਲ ਤੁਸੀਂ ਪਰਮੇਸ਼ਰ ਨੂੰ ਮਹਿਮਾ ਦੇ ਸਕਦੇ ਹੋ। But the word of God tells us that we could glorify God through eating and drinking and fellowship with people like-minded. ਆਓ ਪੜ੍ਹੀਏ 1 Corinthians chapter 10 verse 31। ਜੀ ਹਾਂ, ਇਸ ਦੇ ਲਈ ਮੇਰਾ ਉੱਤਰ ਹੈ, ਤੁਸੀਂ ਖਾਓ ਪਰ ਜੋ ਕੰਮ ਵੀ ਕਰੋ ਪਰਮੇਸ਼ਰ ਦੀ ਵਡਿਆਈ ਲਈ ਕਰੋ। ਹਾਂ, ਵਚਨ ਕਹਿੰਦਾ ਹੈ ਕਿ ਹਾਂ ਤੁਸੀਂ ਖਾ ਸਕਦੇ ਹੋ, ਤੁਸੀਂ ਪੀ ਸਕਦੇ ਹੋ, ਲੇਕਿਨ ਜੋ ਕੁਝ ਵੀ ਕਰੋ ਪਰਮੇਸ਼ਰ ਦੀ ਵਡਿਆਈ ਦੇ ਵਾਸਤੇ ਕਰੋ। So the word tells us that yes, you can drink and eat, but do it to glorify the Lord Jesus. ਹੁਣ ਰੋਮਨਸ ਦੀ ਕਿਤਾਬ ਦੇ ਵਿੱਚ 14ਵੇਂ ਚੈਪਟਰ ਦੇ ਵਿੱਚ ਇੱਕ ਵਰਸ ਆ ਜਿਹੜਾ ਬਹੁਤ ਦਫਾ ਲੋਕ ਅੰਡਰਸਟੈਂਡ ਨਹੀਂ ਕਰਦੇ ਪੂਰੀ ਤਰ੍ਹਾਂ ਦੇ ਨਾਲ। So now we look at the book of Romans chapter 14. There are some words that people don't clearly understand. Let's look at it. ਇਹ ਵਰਸ ਪੜਾਂਗੇ ਰੋਮਨ ਚੈਪਟਰ 14 ਵਰਸ 17 ਦੇ ਵਿੱਚ। ਜੀ ਹਾਂ, ਕਿਉਂਕਿ ਪਰਮੇਸ਼ਰ ਦਾ ਰਾਜ ਖਾਣ ਪੀਣ ਵਿੱਚ ਨਹੀਂ ਹੈ, ਸਗੋਂ ਪਵਿੱਤਰਤਾ, ਸ਼ਾਂਤੀ ਅਤੇ ਆਨੰਦ ਵਿੱਚ ਹੈ ਜੋ ਪਵਿੱਤਰ ਆਤਮਾ ਦੇ ਦੁਆਰਾ ਮਿਲਦੇ ਹਨ। ਹਾਂ, ਯਾਨੀ ਕਿ ਰੂਹਾਨੀ ਤੌਰ ਤੇ ਲਿਖਿਆ ਹੋਇਆ ਹੈ ਇਹ ਵਚਨ। ਜਦੋਂ ਆਪਾਂ ਧਰਤੀ ਤੇ ਆ, ਪ੍ਰਭੂ ਯਿਸੂ ਮਸੀਹ ਦੇ ਵਿੱਚ ਆ, ਆਪਾਂ ਆਪਣਾ ਫੋਕਸ ਜਿਹੜਾ ਆ ਰੂਹਾਨੀ ਚੀਜ਼ਾਂ ਤੇ ਲਾਈਏ। So here we look in detail. This tells us this verse that we are to fix our eyes on Jesus, not on these worldly things, but have the feast of spiritual life. ਲੇਕਿਨ ਜਦੋਂ ਆਪਾਂ ਲਿਟਰਲੀ ਇਸ ਵੈਡਿੰਗ ਵਿੱਚ ਬੈਠਾਂਗੇ ਉੱਥੇ ਖਾਣ ਪੀਣ ਨੂੰ ਹੋਵੇਗਾ। ਸਪਿਰਿਚੁਅਲੀ, ਸਿੰਬੋਲਿਕਲੀ ਸਪਿਰਿਚੁਅਲੀ ਤਾਂ ਆਪਾਂ ਫੋਕਸ ਜਿਹੜਾ ਰੂਹਾਨੀ ਚੀਜ਼ਾਂ ਤੇ ਆ, ਲੇਕਿਨ ਜਦੋਂ ਲਿਟਰਲੀ ਫਿਜ਼ੀਕਲੀ ਆਪਾਂ ਪ੍ਰਭੂ ਯਿਸੂ ਮਸੀਹ ਦੇ ਜਸ਼ਨ ਵਿੱਚ ਹੋਵਾਂਗੇ ਉੱਥੇ ਖਾਵਾਂਗੇ ਵੀ ਤੇ ਪੀਵਾਂਗੇ ਵੀ। So when we're at that wedding, we're going to be able to physically and spiritually partake in that wedding food and the feast and the drinks, because we're going to be spiritually with Lord Jesus and physically with Lord Jesus. So we're going to be able to take part both spiritually and physical food. ਸੋ ਸਾਮ ਚੈਪਟਰ 78 ਦੇ ਵਿੱਚ ਵਰਸ 24, 25, 26 ਦੇ ਵਿੱਚ ਆਪਾਂ ਥੋੜੀ ਨਿਗਾਹ ਮਾਰਾਂਗੇ। So let's look at Psalm 78. ਜ਼ਬੂਰਾਂ ਦੀ ਕਿਤਾਬ ਉਹਦਾ 78 ਚੈਪਟਰ ਵਰਸ 24, 25 ਤੇ 26। ਜੀ ਹਾਂ, ਤਦ ਉਸਨੇ ਉਹਨਾਂ ਦੇ ਲਈ ਵੇਦੀ ਭੋਜਨ ਦਾ ਮੀਂਹ ਭਰਾਇਆ ਅਤੇ ਸਵਰਗ ਤੋਂ ਉਹਨਾਂ ਨੂੰ ਅਨਾਜ ਦਿੱਤਾ। ਇਸ ਤਰ੍ਹਾਂ ਮਨੁੱਖਾਂ ਨੇ ਸਵਰਗ ਦੂਤਾਂ ਦਾ ਭੋਜਨ ਖਾਧਾ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਲੋੜ ਅਨੁਸਾਰ ਸਭ ਕੁਝ ਦਿੱਤਾ। ਉਸਨੇ ਆਕਾਸ਼ ਵਿੱਚ ਪੂਰੇ ਦੀ ਹਵਾ ਵਗਾਈ ਅਤੇ ਆਪਣੀ ਸ਼ਕਤੀ ਨਾਲ ਦੱਖਣੀ ਹਵਾ ਵੀ ਚਲਾਈ। ਉਸਨੇ ਉਹਨਾਂ ਨੂੰ ਬਹੁਤ ਸਾਰਾ ਭੋਜਨ ਦਿੱਤਾ ਅਤੇ ਉਹਨਾਂ ਦੇ ਕੋਲ ਭਾਰੀ ਗਿਣਤੀ ਵਿੱਚ ਪੰਛੀ ਘੱਲੇ। ਉਸਨੇ ਉਹਨਾਂ ਪੰਛੀਆਂ ਨੂੰ ਉਹਨਾਂ ਦੇ ਡੇਰਿਆਂ ਦੇ ਵਿਚਕਾਰ ਅਤੇ ਤੰਬੂਆਂ ਦੇ ਆਸੇ-ਪਾਸੇ ਡਿੱਗਿਆ, ਸੋ ਉਹਨਾਂ ਨੇ ਰੱਜ ਕੇ ਖਾਧਾ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਉਹ ਸਭ ਦਿੱਤਾ ਜਿਨ੍ਹਾਂ ਨੂੰ ਉਹਨਾਂ ਦੀ ਚਾਹ ਸੀ। ਇਜ਼ਰਾਈਲੀ ਲੋਕਾਂ ਨੂੰ ਇੱਕ ਸਮੇਂ ਤੇ ਪਰਮੇਸ਼ਰ ਨੇ ਦੂਤਾਂ ਦਾ ਭੋਜਨ ਖਵਾਇਆ ਸੀ। So there was a time when Israelites ate the food of angels. ਇੱਥੋਂ ਪਤਾ ਲੱਗਦਾ ਹੈ ਕਿ ਐਂਜਲਸ ਜਿਹੜੇ ਨੇ ਉਹ ਵੀ ਖਾਂਦੇ ਨੇ ਪੀਂਦੇ ਨੇ। Now here we see that even angels eat and drink as well. ਤੁਹਾਨੂੰ ਯਾਦ ਹੋਏਗਾ ਇੱਕ ਵਾਰ ਪਰਮੇਸ਼ਰ ਦਾ ਵਚਨ ਇਹ ਵੀ ਦੱਸਦਾ ਆ ਕਿ ਪਰਮੇਸ਼ਰ ਨੇ ਆਪਣੇ ਬੰਦੇ ਏਲਾਈਜਾ ਨੂੰ ਇੱਕ ਕੇਕ ਬਣਾ ਕੇ ਜਿਹੜਾ ਦੂਤਾਂ ਦਾ ਕੇਕ ਸੀਗਾ ਉਹ ਖਵਾਇਆ ਸੀਗਾ। I recall, you must remember that Elijah was also fed. He was fed the cake that was angelic cake sent from heavens. ਤੇ ਜਦੋਂ ਉਹਨੇ ਇਹ ਖਾਇਆ ਸੀਗਾ ਤੇ ਖਾ ਕੇ ਉਹਨੂੰ ਐਸੀ ਤਾਕਤ ਮਿਲੀ ਸੀਗੀ ਤੇ ਉਹ 40 ਦਿਨ ਦੇ ਵਾਸਤੇ ਮਰੁਸਤਲ ਦੇ ਵਿੱਚ ਡੈਜ਼ਰਟ ਦੇ ਵਿੱਚ ਤੁਰ ਸਕਿਆ ਸੀਗਾ।
If you remember that Elijah ate that cake and he had the strength to continue his journey for 40 days. ਪ੍ਰਭੂ ਦੇ ਭੈਣੋ, ਜਦੋਂ ਸਵਰਗ ਦੇ ਵਿੱਚ ਆਪਣਾ ਵਿਆਹ ਹੋ ਜਾਵੇਗਾ ਪ੍ਰਭੂ ਯਿਸੂ ਮਸੀਹ ਦੇ ਨਾਲ, ਤੇ ਧਰਤੀ ਤੇ 1000 ਸਾਲ ਦਾ ਰਾਜ ਕਰਨ ਵਾਸਤੇ ਆਵਾਂਗੇ, ਇਹ ਜਿਹੜਾ ਫੀਸਟ ਹੈਗਾ ਆ ਤਕਰੀਬਨ 1000 ਸਾਲ ਨਾਲ ਹੀ ਚੱਲੇਗਾ। So when we're glorified and when we're in heavens above with Lord Jesus and we're married to Lord Jesus, we're going to come to this earth. We're going to come and celebrate for 1,000 years. And this shenanigan for wedding, the feast will carry on, and we're going to take part in that feast throughout. ਬਾਈਬਲ ਦੇ ਵਿੱਚ ਕਈ ਵਾਰ ਐਸੇ ਫੀਸਟ ਹੋਏ ਨੇ ਜਿਹੜੇ ਕਾਫੀ ਲੰਬੇ ਚੱਲੇ ਨੇ। There are many feasts in the Bible that ran for many days. ਮੈਨੂੰ ਯਾਦ ਆ ਕਿ ਜਦੋਂ ਮੇਰੇ ਮੰਮੀ ਡੈਡੀ ਦਾ ਵਿਆਹ ਹੋਇਆ ਸੀਗਾ, ਉਹਨਾਂ ਦੀ ਜਿਹੜੀ ਪਾਰਟੀ ਸੀ ਉਹ ਵੀ 1 ਹਫ਼ਤਾ ਚੱਲੀ ਸੀਗੀ ਪਹਿਲਾਂ। I remember when my mom and dad got married, their wedding shenanigans went on for at least a week. ਮੈਂ ਕਹਿ ਰਿਹਾ ਕਿ ਮੈਨੂੰ ਯਾਦ ਆ, ਇਹ ਮਤਲਬ ਨਹੀਂ ਮੈਂ ਉੱਥੇ ਮੌਜੂਦ ਸੀਗਾ, ਬਲਕਿ ਮੈਨੂੰ ਬਾਅਦ 'ਚ ਦੱਸਿਆ ਗਿਆ ਸੀਗਾ ਇਹਨਾਂ ਤੋਂ। If I'm saying if I remember, it does not mean that I was present. I was told about these stories, and that's how I remember. ਪੰਜਾਬ ਦੇ ਵਿੱਚ ਜਦੋਂ ਸ਼ਾਦੀਆਂ ਹੁੰਦੀਆਂ ਸੀ ਪਹਿਲਾਂ ਤਾਂ ਜਿਹੜਾ ਸ਼ਾਦੀ ਵਿਆਹ ਦਾ ਜਿਹੜਾ ਫੀਸਟ ਵਗੈਰਾ ਹੁੰਦੇ ਨੇ, ਪਾਰਟੀਆਂ ਸ਼ਾਰਟੀਆਂ ਹੁੰਦੀਆਂ ਨੇ, ਉਹ ਮਹੀਨਾ ਚੱਲਦੀਆਂ ਹੁੰਦੀਆਂ ਸੀਗੀਆਂ। In the olden days in Punjab villages, weddings would take place for months and months. ਬਰਾਤ ਜਿਹੜੀ ਹੈਗੀ ਆ, ਪਹਿਲਾਂ ਬਰਾਤ ਜਿਹੜੀ ਆ ਉਹ ਬੋਤਿਆਂ ਤੇ ਬੈਠ ਕੇ ਆਂਦੀ ਹੁੰਦੀ ਸੀਗੀ। So the wedding, the groom side of the family and relatives would come to the bride side of the family on donkeys. ਬੋਤਿਆਂ ਤੇ, ਜਾਨੀ ਕਿ ਕੈਮਲਸ ਦੇ ਉੱਤੇ। On camels, not on donkeys. I'm sorry. ਤੇ ਫਿਰ ਵਿਆਹ ਤੋਂ ਬਾਅਦ ਡੋਂਕੀ ਮਿਲਦੇ ਹੁੰਦੇ ਸੀਗੇ, ਪਹਿਲਾਂ ਕੈਮਲ ਤੇ ਆਉਂਦੇ ਹੁੰਦੇ ਸੀਗੇ। ਲੇਕਿਨ ਇਹ ਕਈ ਵਾਰ ਆਂਦਿਆਂ ਨੂੰ ਹੀ ਉਹ 2-3 ਹਫ਼ਤੇ ਨਿਕਲ ਜਾਂਦੇ ਸੀ, ਤੇ ਫਿਰ ਉਹ ਆ ਕੇ ਰਹਿੰਦੇ ਸੀ, ਤੇ ਫਿਰ ਉਹ 4-5 ਮਹੀਨੇ ਲੰਘ ਜਾਂਦੇ ਸੀਗੇ ਉਸ ਫੀਸਟ ਦੀਆਂ ਤਿਆਰੀਆਂ ਕਰਦੇ। Because the main transportation was these camels, and it would take them a long time to get to the village of the bride. So these groomsmen and the party of the groom side would take for quite some time, week or 2 weeks, to get to the bride's house. When they would finally arrive, they would actually stay for a few months. They would even stay for 4 or 5 months. ਇਜ਼ਰਾਈਲ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਸੀਗਾ ਕਿ ਜਿਹੜਾ ਕਹਿ ਲਓ ਕਿ ਕਿੰਨੇ ਮਹੀਨੇ ਲੰਘ ਜਾਂਦੇ ਸੀਗੇ ਇਸ ਫੀਸਟ ਦੇ ਵਿੱਚ। This is exactly how Israel used to be. Many months would go with the feasting. ਸੋ ਆਓ ਬਾਈਬਲ ਦੇ ਵਿੱਚ ਆਪਾਂ ਇੱਕ ਐਸਾ ਫੀਸਟ ਦੇਖੀਏ ਜਿਹੜਾ ਐਸਤਰ ਦੀ ਕਿਤਾਬ ਦੇ ਵਿੱਚ ਆਪਾਂ ਨੂੰ ਮਿਲਦਾ ਆ, ਜਿਹਦੇ ਵਿੱਚ ਕਿੰਨੇ ਹੀ ਮਹੀਨੇ ਇਹ ਚੱਲਿਆ, ਇਹ ਫੀਸਟ, ਇਹ ਪਾਰਟੀ ਚੱਲੀ ਕਿੰਨੇ ਮਹੀਨੇ। Let's look at the book of Esther in the Bible. We're going to look at a feast that went on for a few months. That was quite a long time. Esther chapter 1 verse 4 and 5 ਦੇਖਾਂਗੇ। Esther chapter 1 verse 4 and 5. ਜੀ ਹਾਂ। ਇਹ ਸ਼ਾਹੀ ਭੋਜ 180 ਦਿਨਾਂ ਤੱਕ ਚੱਲਦਾ ਰਿਹਾ, ਅਤੇ ਇਸ ਸਮੇਂ ਉਸ ਨੇ ਆਪਣੇ ਸ਼ਾਹੀ ਦਰਬਾਰ ਦਾ ਪ੍ਰਤਾਪ ਅਤੇ ਧਨ ਸੰਪਤੀ ਦਾ ਖੂਬ ਖੁੱਲ੍ਹ ਕੇ ਪ੍ਰਗਟਾਵਾ ਕੀਤਾ। ਇਸ ਦੇ ਪਿੱਛੋਂ ਰਾਜਾ ਨੇ ਰਾਜਧਾਨੀ ਸੂਸਨ ਦੇ ਸਭ ਲੋਕਾਂ ਨੂੰ, ਅਰਥਾਤ ਅਮੀਰ ਗਰੀਬ ਨੂੰ, ਆਪਣੇ ਸ਼ਾਹੀ ਬਾਗ ਵਿੱਚ ਭੋਜਨ ਦਿੱਤਾ, ਜੋ 7 ਦਿਨ ਚੱਲਦਾ ਰਿਹਾ। ਜਾਨੀ ਕਿ 6 ਮਹੀਨੇ ਤੋਂ ਵੀ ਜ਼ਿਆਦਾ ਵੱਡਾ ਇਹ ਫੀਸਟ ਸੀਗਾ। ਇਹ ਪਾਰਟੀ ਜਿਹੜੀ ਸੀਗੀ 6 ਮਹੀਨੇ ਤੋਂ ਜ਼ਿਆਦਾ ਵੱਡੀ ਚੱਲੀ। So we look at these verses and we understand that the wedding feast went on for more than 6 months almost. It went on for so long. ਲੇਕਿਨ ਜਦੋਂ ਪ੍ਰਭੂ ਯਿਸੂ ਮਸੀਹ ਜੀ ਨਾਲ ਆਪਾਂ ਧਰਤੀ ਤੇ ਆਵਾਂਗੇ, ਆਪਾਂ 1000 ਸਾਲ ਵਾਸਤੇ ਰਾਜ ਕਰਾਂਗੇ, ਤੇ 1000 ਸਾਲ ਵਾਸਤੇ ਆਪਣਾ ਜਸ਼ਨ ਜਿਹੜਾ ਹੈ ਉਹ ਵੀ ਚੱਲਦਾ ਰਹੇਗਾ। But remember, when we're going to come with our groom, Lord Jesus, on this earth, we're going to celebrate this wedding and this feast for 1,000 years. ਪਰਮੇਸ਼ਰ ਦਾ ਵਚਨ ਆਪਾਂ ਨੂੰ ਇਹ ਵੀ ਦੱਸਦਾ ਹੈਗਾ ਆ, Lord's word also tells us ਕਿ ਇੱਕ ਸਮੇਂ ਕੁਝ ਦੂਤ ਲੂਤ ਦੇ ਘਰ ਵਿੱਚ ਆਏ ਸੀਗੇ, ਤੇ ਲੂਤ ਨੇ ਉਹਨਾਂ ਨੂੰ ਖਾਣ ਪੀਣ ਨੂੰ ਦਿੱਤਾ ਸੀ। There was a time in the Bible we read, there was a man called Lut, and some angels had come into his house and he had given them food to eat. ਪੜਾਂਗੇ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚ Genesis chapter 19 verse 3 ਵਿੱਚ ਦੇਖਾਂਗੇ ਆਪਾਂ।
We're going to read from Genesis chapter 19, verse 8. ਜੀ ਆਓ ਦੇਖੀਏ। ਪਰ ਲੂਤ ਨੇ ਉਹਨਾਂ ਨੂੰ ਹੋਰ ਜ਼ੋਰ ਨਾਲ ਕਿਹਾ ਤਾਂ ਉਹ ਉਸ ਦੇ ਨਾਲ ਉਸ ਦੇ ਘਰ ਗਏ। ਤਦ ਲੂਤ ਨੇ ਉਹਨਾਂ ਲਈ ਭੋਜਨ ਬਣਵਾਇਆ ਜੋ ਉਹਨਾਂ ਮਿਲ ਕੇ ਖਾਧਾ। ਲੂਤ ਦੇ ਘਰ ਕੁਝ ਦੂਤ ਆਏ ਸੀਗੇ ਵਿਜ਼ਿਟ ਕਰਨ ਦੇ ਵਾਸਤੇ ਤੇ ਲੂਤ ਨੇ ਇੱਕ ਭੋਜਨ ਤਿਆਰ ਕੀਤਾ ਤੇ ਉਹਨਾਂ ਨਾਲ ਮਿਲ ਕੇ ਖਾਧਾ। ਯਾਨੀ ਕਿ ਜਿਹੜੇ ਐਂਜਲਸ ਹੈਗੇ ਨੇ, ਇਹ ਇੱਥੇ ਦੁਬਾਰਾ ਫਿਰ ਕਨਫਰਮੇਸ਼ਨ ਹੁੰਦੀ ਆ ਕਿ ਐਂਜਲਸ ਵੀ ਖਾ ਸਕਦੇ ਨੇ ਤੇ ਪੀ ਸਕਦੇ ਨੇ। Here we see this is a confirmation that angels also can eat and drink. So angels visited Luth, they prepared food, and angels ate that food as well. ਹੁਣ ਇਬਰਾਹਿਮ ਨੂੰ ਵੀ ਦੋ ਦੂਤਾਂ ਨੇ ਵਿਜ਼ਿਟ ਕੀਤਾ ਸੀਗਾ, ਤੁਹਾਨੂੰ ਯਾਦ ਹੋਏਗਾ। If you remember, Abraham also had a visitation from angels. 2 angels had visited him. ਸੋ ਜੈਨੇਸਿਸ 18 ਦੇ ਵਿੱਚ ਜਦੋਂ ਇਬਰਾਹਿਮ ਨੂੰ ਇਹ ਦੂਤਾਂ ਨੇ ਵਿਜ਼ਿਟ ਕੀਤਾ ਸੀ ਤੇ ਇਬਰਾਹਿਮ ਦਾ ਦਿਲ ਕੀਤਾ ਸੀ ਉਹਨਾਂ ਨੂੰ ਖਾਣ ਪੀਣ ਨੂੰ ਕੁਝ ਤਿਆਰ ਕਰਕੇ ਦੇਵੇ ਤੇ ਇਬਰਾਹਿਮ ਨੇ ਕਾਫੀ ਕੁਝ ਉਹਨਾਂ ਨੂੰ ਖਾਣ ਪੀਣ ਨੂੰ ਦਿੱਤਾ ਤੇ ਉਹਨਾਂ ਨੇ ਸਾਰਾ ਖਾ ਲਿਆ। So we read in Genesis chapter 18 that when these angels had visited Abraham, Abraham really wanted to be a good host, so he wanted to feed them food. So he prepared multiple meals, different items for them. He made quite a bit and he presented to angels. And it tells us that angels ate all of it. Genesis chapter 18 verses 6, 7, 8 ਦੇਖਾਂਗੇ ਆਪਾਂ। Genesis chapter 18 verse 6, 7 and 8. ਜੀ ਹਾਂ। ਤਦ ਅਬਰਾਮ ਤੁਰੰਤ ਆਪਣੇ ਤੰਬੂ ਅੰਦਰ ਗਿਆ ਅਤੇ ਸਾਰਾ ਨੂੰ ਕਿਹਾ ਛੇਤੀ ਨਾਲ ਚੰਗੇ ਤੋਂ ਚੰਗਾ ਆਟਾ ਲੈ ਅਤੇ ਗੁੰਨ ਕੇ ਫੁਲਕੇ ਬਣਾ। ਉਹ ਆਪ ਦੌੜ ਕੇ ਇੱਜੜ ਵਿੱਚ ਗਿਆ ਤੇ ਇੱਕ ਪਲਿਆ ਲੇੜਾ ਲਿਆ। ਦੇਖੋ ਇਹ ਇੱਥੋਂ ਪਤਾ ਲੱਗਦਾ ਹੈ ਕਿ ਜਿਹੜੇ ਐਂਜਲਸ ਨੇ ਫੁਲਕੇ ਵੀ ਖਾਣਗੇ, ਯਾਨੀ ਕਿ ਫੁਲਕੇ ਵੀ ਹੋਣਗੇ ਉੱਤੇ, ਪਰੌਂਠੇ ਵੀ ਹੋਣਗੇ ਉੱਤੇ ਤੇ ਪੂਰੀਆਂ ਵੀ ਹੋਣਗੀਆਂ ਉੱਥੇ। ਪ੍ਰਭੂ ਦੇ ਪੈਰੋਂ ਪ੍ਰੇਜ਼ ਦਾ ਲਾਰਡ। ਫਾਇਦਾ ਹੈ ਪ੍ਰਭੂ ਚਾਹ ਕੇ ਸਵਰਗ ਜਾਣ ਦਾ। So here we see that Abraham asked his wife Sarah to make rotis and puris, and so we're going to have all sorts of nationality food in heavens. ਅੱਗੇ ਦੇਖੋ। ਉਹ ਆਪ ਦੌੜ ਕੇ ਇੱਜੜ ਵਿੱਚ ਗਿਆ ਤੇ ਇੱਕ ਪਲਿਆ ਲੇੜਾ ਲਿਆ ਅਤੇ ਇੱਕ ਨੌਕਰ ਨੂੰ ਦੇ ਕੇ ਕਿਹਾ ਇਸ ਨੂੰ ਕੱਟ। ਫਿਰ ਅਬਰਾਮ ਨੇ ਦਹੀਂ, ਦੁੱਧ ਅਤੇ ਪਕਾਇਆ ਲੇੜਾ ਲਿਆ ਅਤੇ ਜਾ ਕੇ ਉਹਨਾਂ ਪ੍ਰਾਹੁਣੇ ਅੱਗੇ ਪਰੋਸ ਦਿੱਤਾ। ਉਸ ਨੇ ਆਪ ਲਾਗੇ ਉਸ ਰੁੱਖ ਹੇਠ ਖੜੇ ਹੋ ਕੇ ਉਹਨਾਂ ਦੀ ਸੇਵਾ ਕੀਤੀ। ਦਹੀਂ ਵੀ ਸੀਗਾ ਉੱਥੇ ਤੇ ਨਾਲੇ ਦੁੱਧ ਵੀ ਸੀਗਾ ਉੱਥੇ। There was milk and there was yogurt as well. ਇੱਥੋਂ ਤਾਂ ਐਂ ਪਤਾ ਲੱਗਦਾ ਵੀ ਜਿੱਦਾਂ ਸ਼ਾਇਦ ਅਬਰਾਮ ਜਿਹੜਾ ਸੀਗਾ ਉਹ ਪੰਜਾਬੀ ਹੋਈ ਸੀ। I think Abraham was a Punjabi guy. ਇੱਥੋਂ ਪਰ ਰੱਬ ਤੋਂ ਪਹਿਲਾਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਵਰਗ ਦੇ ਵਿੱਚ ਖਾਣ ਪੀਣ ਨੂੰ ਬਹੁਤ ਹੋਵੇਗਾ। ਇੰਨਾ ਜ਼ਿਆਦਾ ਜਿੰਨਾ ਤੇ ਧਰਤੀ ਤੇ ਵੀ ਨਹੀਂਗਾ, ਉਹ ਤੋਂ ਵੀ ਜ਼ਿਆਦਾ ਹੋਵੇਗਾ। There we look at through these verses that there will be lots to eat, to feast on in heavens above, more than we can have on earth. ਆਓ ਇੱਕ ਹੋਰ ਵਚਨ ਦੇਖੀਏ ਪਰਮੇਸ਼ਰ ਦੇ ਵਚਨ ਦੇ ਵਿੱਚੋਂ। Let's look at one more verse from the Bible. ਜਿੱਥੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਕਲੀਅਰਲੀ ਦੱਸਿਆ ਹੋਇਆ ਹੈਗਾ ਆ ਜਦੋਂ ਉਹਨਾਂ ਦੀ ਇਹ ਵੈਡਿੰਗ ਹੋਵੇਗੀ ਤੇ ਉਸ ਸਮੇਂ ਖਾਣਾ ਪੀਣਾ ਸਭ ਕੁਝ ਹੋਵੇਗਾ ਤੇ ਫੀਸਟ ਹੋਵੇਗਾ ਤੇ ਸਾਰੇ ਇੰਜੋਏ ਕਰਨਗੇ। In this chapter we're going to read, it tells us clearly, Lord Jesus has clearly said how at this wedding the feast is going to happen and how good of a abundant meal the eating and drinking we're going to have. Luke chapter 24 ਦੇਖਾਂਗੇ। Luke chapter 24. ਉਹਦਾ verse 29 to 32 ਵਿੱਚ ਪੜਾਂਗੇ, ਜਿੱਥੇ ਪ੍ਰਭੂ ਯਿਸੂ ਮਸੀਹ ਦੱਸ ਰਹੇ ਹੈਗੇ ਨੇ, ਕਲੀਅਰਲੀ ਕਹਿ ਰਹੇ ਹੈਗੇ ਨੇ ਵੀ ਇਹ ਇੱਕ ਐਸਾ ਸਮਾਂ ਹੋਵੇਗਾ ਜਿੱਥੇ ਖਾਣ ਪੀਣ ਹੋਵੇਗਾ। So Luke chapter 24 verses 29 to 32, Lord Jesus is clearly telling us it's going to be a time when we're going to have plenty to eat and drink. ਜੀ ਹਾਂ, ਆਓ ਦੇਖੀਏ। ਇਸ ਉੱਤੇ ਉਹਨਾਂ ਦੇ ਚੇਲਿਆਂ ਨੇ ਯਿਸੂ ਨੂੰ ਜ਼ੋਰ ਦੇ ਕੇ ਆਖਿਆ ਤੁਸੀਂ ਸਾਡੇ ਨਾਲ ਹੀ ਅੱਜ ਠਹਿਰ ਜਾਓ, ਤਰਕਾਲਾਂ ਪੈ ਗਈਆਂ ਹਨ ਅਤੇ ਹਨੇਰਾ ਹੋਣ ਵਾਲਾ ਹੈ। ਇਸ ਲਈ ਯਿਸੂ ਉਹਨਾਂ ਨਾਲ ਠਹਿਰਨ ਲਈ ਅੰਦਰ ਗਏ। ਜਦੋਂ ਉਹ ਉਹਨਾਂ ਦੇ ਨਾਲ ਭੋਜਨ ਕਰਨ ਬੈਠੇ ਤਾਂ ਯਿਸੂ ਨੇ ਰੋਟੀ ਲਈ, ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਤੋੜ ਕੇ ਉਹਨਾਂ ਨੂੰ ਦਿੱਤੀ। ਉਸੇ ਵੇਲੇ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ ਅਤੇ ਉਹਨਾਂ ਯਿਸੂ ਨੂੰ ਪਛਾਣ ਲਿਆ, ਪਰ ਯਿਸੂ ਉਹਨਾਂ ਦੀਆਂ ਅੱਖਾਂ ਸਾਹਮਣੇ ਅਲੋਪ ਹੋ ਗਏ। ਇਸ ਉੱਤੇ ਉਹ ਆਪੋ ਵਿੱਚ ਕਹਿਣ ਲੱਗੇ ਕਿ ਜਦੋਂ ਉਹ ਰਾਹ ਵਿੱਚ ਸਾਨੂੰ ਧਰਮ ਗ੍ਰੰਥ ਦੀਆਂ ਗੱਲਾਂ ਸਮਝਾ ਰਹੇ ਸਨ ਤਾਂ ਸਾਡੇ ਦਿਲ ਉਸ ਵੇਲੇ ਉਬਾਲੇ ਨਹੀਂ ਸਨ ਖਾ ਰਹੇ।
ਇਹਦੇ ਨਾਲ ਹੀ ਆਪਾਂ ਇੱਕ ਹੋਰ ਵਰਸ ਦੇਖਾਂਗੇ ਮਤੀ 25 ਦੇ ਵਿੱਚ ਤੇ 31 ਤੋਂ ਲੈ ਕੇ 34 ਵਰਸ ਤੱਕ ਦੇਖਾਂਗੇ। We're going to now look at Matthew 25, verse 31 beyond. ਆਓ ਦੇਖੀਏ ਮੈਥਿਊ 25 ਵਰਸ 31 to 34। ਜੀ ਹਾਂ, ਜਦੋਂ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਅਤੇ ਆਪਣੇ ਸਭ ਸਵਰਗ ਦੂਤਾਂ ਦੇ ਨਾਲ ਆਵੇਗਾ ਤਾਂ ਉਹ ਆਪਣੇ ਸ਼ਾਹੀ ਸਿੰਘਾਸਨ ਉੱਤੇ ਬੈਠੇਗਾ। ਉਸ ਸਮੇਂ ਧਰਤੀ ਦੀਆਂ ਸਭ ਕੌਮਾਂ ਉਸ ਦੇ ਸਾਹਮਣੇ ਇਕੱਠੀਆਂ ਕੀਤੀਆਂ ਜਾਣਗੀਆਂ। ਉਹ ਉਹਨਾਂ ਨੂੰ ਦੋ ਹਿੱਸਿਆਂ ਵਿੱਚ ਵੰਡੇਗਾ, ਜਿਸ ਤਰ੍ਹਾਂ ਚਰਵਾਹਾ ਭੇਡਾਂ ਨੂੰ ਬੱਕਰੀਆਂ ਤੋਂ ਵੱਖਰਾ ਕਰਦਾ ਹੈ। ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਖੜਾ ਕਰੇਗਾ। ਫਿਰ ਰਾਜਾ ਆਪਣੇ ਸੱਜੇ ਪਾਸੇ ਵਾਲਿਆਂ ਨੂੰ ਕਹੇਗਾ, ਮੇਰੇ ਪਿਤਾ ਦੇ ਧਨ ਲੋਕੋ, ਆਓ ਅਤੇ ਉਸ ਰਾਜ ਨੂੰ ਲਵੋ ਜੋ ਤੁਹਾਡੇ ਲਈ ਇਸ ਸੰਸਾਰ ਦੇ ਸ਼ੁਰੂ ਤੋਂ ਹੀ ਤਿਆਰ ਕੀਤਾ ਗਿਆ ਹੈ। ਮੈਂ ਭੁੱਖਾ ਸਾਂ, ਤੁਸੀਂ ਭੋਜਨ ਦਿੱਤਾ। ਮੈਂ ਤਿਹਾਇਆ ਸਾਂ, ਤੁਸੀਂ ਮੈਨੂੰ ਪਾਣੀ ਪਿਲਾਇਆ। ਮੈਂ ਪਰਦੇਸੀ ਸਾਂ, ਤੁਸੀਂ ਮੇਰਾ ਆਪਣੇ ਘਰ ਵਿੱਚ ਸਵਾਗਤ ਕੀਤਾ। ਮੈਂ ਨੰਗਾ ਸਾਂ, ਤੁਸੀਂ ਮੈਨੂੰ ਕੱਪੜਾ ਦਿੱਤਾ। ਮੈਂ ਬਿਮਾਰ ਸਾਂ, ਤੁਸੀਂ ਮੇਰੀ ਖਬਰ ਲਈ। ਅਤੇ ਮੈਂ ਕੈਦ ਵਿੱਚ ਸਾਂ ਅਤੇ ਤੁਸੀਂ ਮੇਰੇ ਕੋਲ ਆਏ। ਸੋ ਭਰਾਵੋ ਭੈਣੋ, ਆਪਾਂ ਦੇਖਿਆ ਕਲੀਅਰਲੀ ਕਿਸ ਤਰ੍ਹਾਂ ਇਸ ਧਰਤੀ ਤੇ ਮਿਲੇਨੀਅਮ ਤੋਂ ਪਹਿਲਾਂ 1000 ਸਾਲ ਦੇ ਰਾਜ ਤੋਂ ਪਹਿਲਾਂ ਇਹ ਫੀਸਟ ਜਿਹੜਾ ਆ ਉਹ ਹੋਵੇਗਾ ਤੇ ਕਿਸ ਤਰ੍ਹਾਂ ਪਰਮੇਸ਼ਰ ਅਲੱਗ-ਅਲੱਗ ਕਰ ਦੇਗਾ ਉਹਨਾਂ ਨੂੰ, ਜਿਹੜੇ ਉਹਦੇ ਨਾਲ ਬੈਠਣਗੇ ਤੇ ਜਿਹੜੇ ਦੂਸਰੀਆਂ ਭੇਡਾਂ ਹੋਣਗੀਆਂ ਉਹਨਾਂ ਨੂੰ ਅਲੱਗ ਕਰ ਦੇਵੇਗਾ। Here we have clearly seen that we're going to have feast for 1,000 years with Lord Jesus and how he's going to separate the goats from the sheep. ਸੋ ਭਰਾਵੋ ਤੇ ਭੈਣੋ, ਮੇਰਾ ਖਿਆਲ ਆ ਇਸ ਅੱਜ ਦੇ ਵਚਨ ਦੇ ਥਾਈਂ ਦੀ ਆਪਣੇ ਬਹੁਤ ਸਾਰੇ ਸਵਾਲ ਜਿਹੜੇ ਹੈਗੇ ਨੇ ਉਹ ਕਲੀਅਰ ਹੋ ਗਏ ਹੋਣੇ ਆ। I believe that throughout this preaching, you may have cleared many of your questions or doubts. ਇਹ ਜ਼ਰੂਰੀ ਹੈ ਕਿ ਆਪਾਂ ਆਪਣਾ ਦਿਲ ਤਿਆਰ ਕਰ ਲਈਏ। It is very important that we prepare our hearts. ਯਾਦ ਰੱਖੋ ਕਿ ਸਮੇਂ ਬਹੁਤ ਨਜ਼ਦੀਕ ਹੈ, ਕਿਸੇ ਸਮੇਂ ਵੀ ਰੈਪਚਰ ਹੋ ਸਕਦੀ ਹੈ। Remember, this is the time. It could happen any moment, any day. The rapture is near. ਤਾਂ ਹੀ ਪ੍ਰਭੂ ਨੇ ਆਖਿਆ ਸੀਗਾ ਕਿ ਧਨ ਨੇ ਜਿਹੜੇ ਗਰਮ ਨੇ, ਕਿਉਂਕਿ ਜਿਹੜੇ ਰੂਹ 'ਚ ਗਰਮ ਨੇ ਉਹ ਚੱਕੇ ਜਾਣਗੇ। This is why the Bible says that blessed are those that are so spiritually prepared. ਲੇਕਿਨ ਜਿਹੜੇ ਲੂਕਵਾਰਮ ਨੇ, ਜਿਹੜੇ ਕੋਸੇ ਨੇ, ਉਹ ਛੱਡ ਦਿੱਤੇ ਜਾਣਗੇ। But those who are lukewarm, they will not be taken. ਪ੍ਰਭੂ ਦੇ ਭੈਣੋ, ਰੂਹਾਨੀ ਤੌਰ ਤੇ ਰੂਹ ਦੇ ਵਿੱਚ ਗਰਮ ਬਣੇ ਰਹੋ। So brothers and sisters, continue spiritually growing and becoming hot in the spirit. Have the fire of the Lord. ਇੱਕ ਸਮਾਂ ਆਵੇਗਾ ਕਿ ਤੂਰੀ ਫੂਕੀ ਜਾਵੇਗੀ। There will be a time when the dust will be blown. ਜਦੋਂ ਇਹ ਟਰੰਪਟ ਦੀ ਆਵਾਜ਼ ਸੁਣੀ, ਸਾਰਿਆਂ ਨੂੰ ਸੁਣੀ, When the trumpet will blow, everyone will hear. ਉਸ ਸਮੇਂ ਜਿਹੜੇ ਰੂਹ ਦੇ ਵਿੱਚ ਹੈਗੇ ਨੇ ਪੱਕੇ ਹੋਏ ਉਹ ਚੱਕੇ ਜਾਣਗੇ। At that moment, only the spiritual awake and the hot will be lifted up. ਬਾਕੀ ਰਹਿ ਜਾਣਗੇ ਇਸ ਧਰਤੀ ਤੇ। Rest will remain on earth. ਤਾਂ ਹੀ ਪ੍ਰਭੂ ਦਾ ਬਚਨ ਆਪਾਂ ਨੂੰ ਸਿਖਾਉਂਦਾ ਹੈ This is why the word of God teaches us ਕਿ ਆਪਣੇ ਕੰਨ ਜਿਹੜੇ ਨੇ ਉਹ ਟਿਊਨ ਅਪ ਕਰ ਲਓ ਤਾਂ ਕਿ ਪਰਮੇਸ਼ਰ ਦੀ ਆਵਾਜ਼ ਨੂੰ ਲਗਾਤਾਰ ਸੁਣਦੇ ਰਹੀਏ। So let's tune up our ears to the voice of the Lord. ਪ੍ਰਭੂ ਦਾ ਬਚਨ ਸਿਖਾਉਂਦਾ ਆ ਕਿ ਪਵਿੱਤਰ ਆਤਮਾ ਦੇ ਨਾਲ ਫੈਲੋਸ਼ਿਪ ਕਰਨੀ ਤੇ ਉਹਦੇ ਨਾਲ ਤੁਰਨਾ ਕਿੰਨਾ ਜ਼ਰੂਰੀ ਆ। So the Holy Spirit teaches us how important it is to walk with the Lord and to have the feast of the word. ਇਹ ਦੁਨੀਆ ਤੇ ਦੁਨੀਆ ਦੀਆਂ ਚੀਜ਼ਾਂ ਤੇ ਸਰੀਰਕ ਕਾਮਨਾਵਾਂ ਤੋਂ ਆਪਣਾ ਮੂੰਹ ਮੋੜ ਲਓ ਤੇ ਪਵਿੱਤਰਤਾ ਦੀ ਜ਼ਿੰਦਗੀ ਬਤੀਤ ਕਰ ਸਕੀਏ। Let's turn our faces from this world and the worldly things, but spend time with the Lord and the spiritual teachings. ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਵਿਸ਼ਵਾਸ ਕਰਕੇ ਨया ਜਨਮ ਪ੍ਰਾਪਤ ਕੀਤਾ ਹੈ, Those who have taken the new name and believed in the Lord Jesus ਤੇ ਪਰਮੇਸ਼ਰ ਦੇ ਵਚਨਾਂ 'ਚ ਚੱਲ ਰਹੇ ਨੇ, and are walking with the word of the Lord, ਉਹ ਚੱਕੇ ਜਾਣਗੇ। those will be lifted up. ਆਓ ਦੁਆ ਕਰੀਏ Let's pray ਕਿ ਪਵਿੱਤਰ ਆਤਮਾ ਸਾਡੀ ਮਦਦ ਕਰੇ। that Holy Spirit will help us. ਤਾਂ ਹੀ ਪਰਮੇਸ਼ਰ ਦਾ ਵਚਨ ਆਪਾਂ ਨੂੰ ਸਿਖਾਉਂਦਾ ਆ ਕਿ ਪਵਿੱਤਰ ਆਤਮਾ ਦੇ ਨਾਲ ਸੰਗਤੀ ਕਰਨੀ ਕਿੰਨੀ ਜ਼ਰੂਰੀ ਹੈ। This is why the Word of God tells us it is so important, imperative to have the fellowship with the Holy Spirit.
ਪ੍ਰਭੂ ਦਾ ਵਚਨ ਕਹਿੰਦਾ ਆ ਐਨੋਕ ਰੱਬ ਦੇ ਨਾਲ ਤੁਰਿਆ ਸੀ ਤੇ ਰੱਬ ਉਹਨੂੰ ਚੱਕ ਕੇ ਲੈ ਗਿਆ ਸੀਗਾ ਤੇ ਕਿੰਨਾ ਜ਼ਰੂਰੀ ਹੈ ਰੱਬ ਦੇ ਨਾਲ ਤੁਰਨਾ ਚੱਲਣਾ ਉਹਦੇ ਨਾਲ See, Enoch was lifted up, and this is so important that we walk with God to be lifted up just like Enoch was. ਆਓ ਇੱਕ ਪ੍ਰੇਅਰ ਕਰੀਏ Let's now pray. ਤੁਸੀਂ ਚਾਹੋ ਤੇ ਮੇਰੇ ਨਾਲ ਬੋਲ ਕੇ ਦੁਆ ਕਰ ਸਕਦੇ ਹੋ If you wish, you can speak right after me. ਪਰਮੇਸ਼ਰ ਪਿਤਾ ਤੁਹਾਡਾ ਨਾਮ ਉੱਚਾ ਕਰਦੇ ਹਾਂ Lord, we lift up your name in heavens above. ਧੰਨਵਾਦ ਕਰਦੇ ਹੈਗੇ ਆ ਅੱਜ ਦੇ ਇਸ ਵਚਨ ਦੇ ਲਈ We thank you, Lord, for this word of today. ਕਿਉਂਕਿ ਜੋ ਵੀ ਤੁਸੀਂ ਆਪਣੇ ਵਚਨਾਂ ਦੇ ਵਿੱਚ ਲਿਖਿਆ ਹੈ ਉਹ ਸਾਡੀ ਸਿੱਖਿਆ ਵਾਸਤੇ ਲਿਖਿਆ ਹੈ ਤਾਂ ਕਿ ਅਸੀਂ ਤੁਹਾਡਾ ਵਚਨ ਸਮਝ ਸਕੀਏ Whatever is written in this book of life is written for us to understand. ਪ੍ਰਭੂ ਜੀ ਅੱਜ ਦਾ ਵਚਨ ਇੱਕ ਇੱਕ ਭੈਣ ਭਰਾ ਨੂੰ ਬਰਕਤ ਲੈ ਕੇ ਆਵੇ Lord, today's word may bless each and every person listening today. ਪ੍ਰਭੂ ਜੀ ਇਹ ਦੁਨੀਆ ਝੂਠ ਹੈ ਲੇਕਿਨ ਉਹ ਸਵਰਗ ਦੀ ਦੁਨੀਆ ਸੱਚ ਹੈ Lord, this life on earth is not true, but the life in heavens above is the eternal truth. ਅਸੀਂ ਆਪਣੇ ਪਾਪਾਂ ਤੋਂ ਮਾਫੀ ਮੰਗਦੇ ਹਾਂ We ask for forgiveness for our sins. ਅਸੀਂ ਤੌਬਾ ਕਰਦੇ ਹਾਂ ਰਿਪੈਂਟੈਂਸ ਕਰਦੇ ਹਾਂ We repent of our sins, Lord. ਸਾਡੀ ਦੁਆ ਹੈ It is our prayer ਕਿ ਤੁਸੀਂ ਸਾਨੂੰ ਰੂਹਾਨੀ ਤੌਰ ਤੇ ਮਜ਼ਬੂਤ ਕਰ ਦੇਵੋ ਤਕੜੇ ਕਰ ਦੇਵੋ that you spiritually make us so strong ਤਾਂ ਕਿ ਅਸੀਂ ਚੱਕੇ So ਜਾਈਏ that- ਉਸ ਸਮੇਂ ਜਿਸ ਸਮੇਂ ਤੂਰੀ ਫੂਕੀ ਜਾਣੀ ਆ so that we could be lifted up when that trumpet would blow, Lord of God. ਅਸੀਂ ਆਪਣਾ ਸਾਰਾ ਪਰਿਵਾਰ ਤੁਹਾਡੇ ਚਰਨਾਂ 'ਚ ਲੈ ਕੇ ਆਨੇ ਆ We bring our entire family to your feet, Lord. ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ In the name of Jesus. ਆਮੇਨ Amen. ਆਮੇਨ